ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕਲੌਰ, ਅਵਤਾਰ ਸਿੰਘ ਮੰਜਲ, ਕਲੋਵਿਸ ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ, ਕਲੋਵਿਸ ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਯੂਬਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਟੇੜਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇੜਕੀਆਣਾ, ਨੰਬਰ 415 909 0503 ਦੇ ਉੱਤੇ। ਇਸ ਦੇ ਨਾਲ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ ਤੇ JD ਟਰੱਕ ਸਟਾਪ ਨਾਈਲਜ਼ ਮਿਸ਼ੀਗਨ, ਜਿੱਥੋਂ ਨਵੇਂ ਪੁਰਾਣੇ ਟਾਇਰਸ ਆ ਉਹ ਤੁਸੀਂ ਖਰੀਦ ਸਕਦੇ ਹੋ। ਫੁੱਲ ਸਰਵਿਸ ਮੋਬਾਈਲ ਸਰਵਿਸ ਵੀ ਅਵੇਲੇਬਲ ਹੈ। ਡੈਫ ਕੋਡ ਕਲੀਅਰ ਕਰਾਉਣਾ ਹੋਵੇ ਉਹ ਇੱਥੇ ਕੰਮ ਕਰਦੇ ਹਨ। ਰੈਸਟੋਰੈਂਟ, ਸਕੇਲ ਅਤੇ ਟਰੱਕ ਵਾਸ਼ ਵੀ ਇੱਥੇ ਹੀ ਮੌਜੂਦ ਹੈ। JD ਟਰੱਕ ਸਟਾਪ ਨਾਈਲਜ਼ ਮਿਸ਼ੀਗਨ। ਹੋਰ ਜਾਣਕਾਰੀ ਲਈ ਕਾਲ 269-479-8048। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ US ਦੀ ਇੰਟੈਲੀਜੈਂਸ ਨੇ ਇੰਡੀਕੇਟ ਕੀਤਾ ਹੈ ਵੀ ਰਸ਼ੀਆ ਆਪਣੇ ਹੀ ਆਪਰੇਟਿਵਸ ਯੂਕਰੇਨ ਦੇ ਵਿੱਚ ਭੇਜ ਕੇ ਰਸ਼ੀਆ ਦੇ ਉੱਤੇ ਹੀ ਅਟੈਕ ਕਰ ਸਕਦਾ ਤਾਂ ਕਿ ਰਸ਼ੀਅਨ ਫੌਜਾਂ ਯੂਕਰੇਨ ਦੇ ਵਿੱਚ ਐਂਟਰ ਹੋ ਸਕਣ। ਅੱਜ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਇੰਟੈਲੀਜੈਂਸ ਦੀ ਜਦੋਂ ਬਰੀਫਿੰਗ ਹੋ ਰਹੀ ਸੀ ਉਹਦੇ ਦੌਰਾਨ ਇਹ ਦੱਸਿਆ ਵੀ ਸਾਡੇ ਕੋਲ ਯੂਕਰੇਨ ਦੀ ਮਿਨਿਸਟਰੀ ਆਫ ਡਿਫੈਂਸ ਵੱਲੋਂ ਵੀ ਜਾਰੀ ਹੋਈ ਆ ਸਟੇਟਮੈਂਟ ਤੇ ਆਪਣੀਆਂ ਵੀ ਇੰਟੈਲੀਜੈਂਸ ਏਜੰਸੀਜ਼ ਦੀਆਂ ਖਬਰਾਂ ਤੋਂ ਇਹ ਪਤਾ ਲੱਗਾ ਆ ਵੀ ਰਸ਼ੀਆ ਵਾਲੇ ਇੱਦਾਂ ਦੀ ਸ਼ਰਾਰਤ ਕਰ ਸਕਦੇ ਹੈਗੇ ਆ। ਸੋ ਯੂਕਰੇਨ ਨੂੰ ਲੈ ਕੇ ਰਸ਼ੀਆ ਤੇ US ਹੁਣ ਪੂਰੀ ਤਰ੍ਹਾਂ ਆਮੋ ਸਾਹਮਣੇ ਆ ਤੇ ਇਹ ਵੀ ਖਬਰਾਂ ਆ ਰਹੀਆਂ US ਨੇ ਇਹ ਕਿਹਾ ਆ ਵੀ ਜੇ ਨਾ ਹਟਿਆ ਰਸ਼ੀਆ ਉੱਥੋਂ ਐਂਟਰ ਕਰਨ ਤੋਂ ਤੇ US ਪੂਰੀ ਤਰ੍ਹਾਂ ਯੂਕਰੇਨ ਦੀ ਸਪੋਰਟ ਕਰੂਗਾ। ਜੀ ਬਿਲਕੁਲ। ਸੋ ਰੂਸ ਜਿਹੜਾ ਉਹ ਚਾਹ ਰਿਹਾ ਆ ਵੀ ਯੂਕਰੇਨ ਦਾ ਚਲੋ ਜਿੰਨਾ ਵੀ ਹਿੱਸਾ ਉਹ ਆਪਣੇ ਅਧੀਨ ਕਰ ਸਕਣ, ਉਹ ਵੀ ਇੱਕ ਅੰਦਰ ਖਾਤੀ ਉਹਨਾਂ ਦੀ ਹੈਗੀ ਆ ਤੇ ਨਾਲ ਦੇ ਨਾਲ ਉਹ ਨਹੀਂ ਚਾਹੁੰਦਾ ਵੀ ਨਾਟੋ ਦੇ ਵਿੱਚ ਹੋਰ ਨਵੇਂ ਮੁਲਕਾਂ ਨੂੰ, ਜਿਸ 'ਚ ਯੂਕਰੇਨ ਵੀ ਸ਼ਾਮਲ ਆ, ਉਸ ਨੂੰ ਉਹ ਸ਼ਾਮਲ ਕਰਨ। ਸੋ ਇਹ ਜਿਹੜਾ ਬੜੇ ਚਿਰ ਦਾ ਰੌਲਾ ਰੱਪਾ, ਇੱਕ ਪਾਸੇ ਜਿਹੜਾ ਹਰਜੋਤ ਸਿੰਘ ਜੀ ਉਹ ਗੱਲਬਾਤ ਕਰ ਰਹੇ ਆ ਨਾਟੋ ਦੇ ਨਾਲ ਤੇ ਅਮਰੀਕਾ ਦੇ ਨਾਲ, ਦੂਜੇ ਪਾਸੇ ਅੰਦਰ ਖਾਤੇ ਇਹ ਜਿਹੜੀ ਸ਼ਰਾਰਤ ਆ ਉਸ ਨੂੰ ਅੰਜਾਮ ਦੇਣ ਵੱਲ ਨੂੰ ਹੌਲੀ-ਹੌਲੀ ਵੱਧ ਰਹੇ ਨੇ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਆਸਟ੍ਰੇਲੀਆ ਤੋਂ ਖਬਰ ਆ ਰਹੀ ਆ ਵਰਲਡ ਨੰਬਰ 1 ਲਾਨ ਟੈਨਿਸ ਪਲੇਅਰ ਨੋਵਾਕ ਜੋਕੋਵਿਚ, ਉਸ ਦੇ ਵੀਜ਼ੇ ਨੂੰ ਇੱਕ ਵਾਰੀ ਫਿਰ ਉੱਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਐਲੈਕਸ ਹੌਕ ਆ ਉਹਨਾਂ ਨੇ ਵਾਪਸ ਲੈ ਲਿਆ। ਸਸਪੈਂਡ ਜਿਹੜਾ ਉਹ ਕਰ ਦਿੱਤਾ ਆ। ਉਹਨਾਂ ਨੇ ਇਹ ਸ਼ੁੱਕਰਵਾਰ ਦੀ ਸ਼ਾਮ ਨੂੰ ਇਹ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਪਬਲਿਕ ਇੰਟਰਸਟ ਗਰਾਊਂਡਸ ਦੇ ਉੱਤੇ ਆਧਾਰ ਦੇ ਉੱਤੇ ਹੀ ਇਸ ਦਾ ਵੀਜ਼ਾ ਜਿਹੜਾ ਆ ਮੁੜ ਸਸਪੈਂਡ ਕੀਤਾ ਗਿਆ ਹੈ। ਦੂਜੀ ਵਾਰੀ ਇਹ ਹੋਇਆ ਆ ਵੀ ਉਸਦੇ ਵੀਜ਼ੇ ਨੂੰ ਸਸਪੈਂਡ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਇਸ ਦੇ ਵੀਜ਼ੇ ਨੂੰ ਸਸਪੈਂਡ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਉਹ ਫੈਡਰਲ ਅਦਾਲਤ 'ਚ ਉਸਨੇ ਉੱਥੇ ਅਪੀਲ ਕੀਤੀ ਸੀ ਤੇ ਬਾਅਦ 'ਚ ਇਸ ਦਾ ਵੀਜ਼ਾ ਮੁੜ ਬਹਾਲ ਕੀਤਾ ਗਿਆ। ਪਰ ਹੁਣ ਇਮੀਗ੍ਰੇਸ਼ਨ ਦੇ ਮਿਨਿਸਟਰ ਨੇ ਆਪਣੇ ਪੱਧਰ ਦੇ ਉੱਤੇ ਇਹ ਡਿਸਕ੍ਰੈਸ਼ਨ ਹੁੰਦਾ ਆ, ਮਿਨਿਸਟਰ ਦੇ ਕੋਲ ਆਪਣੀ ਮਰਜ਼ੀ ਹੁੰਦੀ ਆ ਵੀ ਉਹ ਕਿਸੇ ਦਾ ਵੀ ਵੀਜ਼ਾ ਜਿਹੜਾ ਆ ਉਹ ਕੈਂਸਲ ਕਰ ਸਕਦੇ ਆ। ਸੋ ਪਬਲਿਕ ਇੰਟਰਸਟ ਗਰਾਊਂਡਸ ਦੇ ਵਿੱਚ ਉਹਨਾਂ ਨੇ ਕੀਤਾ ਆ। ਸੋਮਵਾਰ ਤੋਂ ਆਸਟ੍ਰੇਲੀਅਨ ਓਪਨ ਜਿਹੜਾ ਗ੍ਰੈਂਡ ਸਲੈਮ ਆ ਉਹ ਸ਼ੁਰੂ ਹੋਣ ਜਾ ਰਿਹਾ ਆ। ਜੋਕੋਵਿਚ ਜਿਹੜੇ ਆ 20 ਗ੍ਰੈਂਡ ਸਲੈਮ ਟਾਈਟਲ
ਉਹ ਜਿੱਤ ਚੁੱਕਾ ਹੈਗਾ ਆ। ਸੋ ਉਹਦੇ ਵਿੱਚੋਂ ਜਿਹੜੇ ਕਾਫੀ ਵਾਰੀ ਆਸਟ੍ਰੇਲੀਅਨ ਓਪਨ ਵੀ ਉਸਨੇ ਜਿਹੜਾ ਉਹ ਜਿੱਤਿਆ ਹੈਗਾ ਆ। ਸੋ ਹੁਣ ਕਹਿੰਦੇ ਵੀ ਜੋਕੋਵਿਚ ਸ਼ਾਇਦ ਮੁੜ ਕੇ ਇੱਕ ਵਾਰੀ ਫੇਰ ਉੱਥੇ ਦੀ ਜਿਹੜੀ ਅਦਾਲਤ ਆ ਉਸ ਦਾ ਦਰਵਾਜ਼ਾ ਜਿਹੜਾ ਉਹ ਖੜਕਾਊਗਾ, ਤਾਂ ਜੋ ਉਸਦੇ ਵੀਜ਼ੇ ਨੂੰ ਮੁੜ ਬਹਾਲ ਕੀਤਾ ਜਾ ਸਕੇ। ਸੋ ਕਹਿੰਦੇ ਵੀ ਲੋਕਾਂ ਦੇ ਵਿੱਚ ਵੀ ਆਮ ਸਹਿਮਤੀ ਇਸ ਬਾਬਤ ਜਿਹੜੀ ਉਹ ਨਹੀਂ ਬਣ ਰਹੀ। ਅੱਧੋ ਵੱਧ ਕੁਛ ਇਹਦੇ ਹੱਕ 'ਚ ਨੇ, ਕੁਛ ਇਹਦੇ ਜਿਹੜੇ ਅਗੇਂਸਟ ਆ ਉਹ ਚੱਲ ਰਹੇ ਨੇ। ਯੂਐਸ ਦੀ ਸੁਪਰੀਮ ਕੋਰਟ ਨੇ ਕੱਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਵੈਕਸੀਨ ਮੈਂਡੇਟ ਜਿਹੜਾ ਸੀ ਓਸ਼ਾ ਵੱਲੋਂ ਉਸ ਦੇ ਉੱਤੇ ਨਾ ਕਰ ਦਿੱਤੀ ਆ, ਕਿਉਂਕਿ ਜੇ ਮੈਂਡੇਟ ਜਾਰੀ ਹੁੰਦਾ ਇਹਦੇ ਮੁਤਾਬਕ ਜਿਹੜੇ ਵੀ EMPLOYER ਜਿਨ੍ਹਾਂ ਦੇ ਕੋਲ 100 ਤੋਂ ਵੱਧ EMPLOYEE ਆ, ਕਾਫੀ ਵੱਡੀ ਗਿਣਤੀ ਬਣਦੀ ਸੀ, 85 ਮਿਲੀਅਨ ਦੇ ਕਰੀਬ ਵਰਕਰਸ ਬਣਦੇ ਸੀ। ਸੋ ਹੁਣ ਉਹਨਾਂ ਨੇ ਇਸ ਮੈਂਡੇਟ ਤੇ ਰੋਕ ਲਾ ਦਿੱਤੀ ਆ, ਪਰ ਹੈਲਥ ਕੇਅਰ ਵਰਕਰਸ ਦੇ ਉੱਤੇ ਮੈਂਡੇਟ ਜਾਰੀ ਰਹੂਗਾ। ਜੀ। ਉਧਰ ਜਿਹੜੇ ਓਮਿਕਰੋਨ ਦੀ ਸਰਜ ਨੂੰ ਜਿਹੜਾ ਦੇਖਦੇ ਹੋਏ ਇੱਕ ਤਾਂ ਜਿਹੜਾ ਇਸ ਨੂੰ ਵੈਕਸੀਨ ਮੈਂਡੇਟ ਆ ਉਸਨੂੰ ਕਰ ਦਿੱਤਾ। ਹੈਲਥ ਕੇਅਰ ਮੈਂਡੇਟ ਹੀ ਜਿਹੜਾ ਆ ਉਹ ਕਹਿੰਦੇ ਵੀ ਰਹੂਗਾ। ਸੁਪਰੀਮ ਕੋਰਟ ਨੇ ਉਸਦੀ ਹਾਮੀ ਜਿਹੜੀ ਉਹ ਭਰੀ ਆ। ਉਧਰ ਫੀਮਾ ਨੇ ਇਹ ਐਲਾਨ ਕੀਤਾ ਹੈ ਵੀ ਜਿਹੜੇ ਵੀ ਸੂਬੇ ਨੈਸ਼ਨਲ ਗਾਰਡ ਦੇ ਜਿਹੜੇ ਟਰੂਪਸ ਆ ਉਹ ਵਰਤਣਗੇ ਹੌਸਪੀਟਲਸ ਦੇ ਵਿੱਚ ਸਪਾਈਕ ਦੇ ਦੌਰਾਨ, ਤਾਂ ਉਸ ਸੂਬਿਆਂ ਨੂੰ ਜਿਹੜੇ ਵਾਧੂ ਫੈਡਰਲ ਫੰਡਸ ਆ ਉਹ ਦਿੱਤੇ ਜਾਣਗੇ ਜੇ ਨੈਸ਼ਨਲ ਗਾਰਡਸ ਦੀ ਵਰਤੋਂ ਜਿਹੜੀ ਉਹ ਕਰਦੇ ਆ। ਜਿਹੜੀ ਡੀਐਨ ਕ੍ਰਿਸਵੈਲ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਫੇਮਾ ਦੇ ਐਡਮਿਨਿਸਟ੍ਰੇਟਰ ਆ, ਉਹਨਾਂ ਨੇ ਅੱਜ ਇੱਕ ਵਾਈਟ ਹਾਊਸ ਦੀ ਨਿਊਜ਼ ਬਰੀਫਿੰਗ ਦੇ ਦੌਰਾਨ ਇਹ ਦੱਸਿਆ ਹੈਗਾ ਆ। ਉਧਰ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਚੇਤਾਵਨੀ ਜਿਹੜੀ ਦਿੱਤੀ ਆ ਵੀ ਉਹ ਜਿਹੜੇ ਸਟਿਮੂਲਸ ਫੰਡਸ ਆ ਉਹਨਾਂ ਨੂੰ ਵਾਪਸ ਜਿਹੜੇ ਉਹ ਲੈ ਸਕਦੇ ਆ ਐਰੀਜ਼ੋਨਾ ਤੋਂ, ਜੇ ਉਹਨਾਂ ਦੀਆਂ ਐਂਟੀ ਮਾਸਕ ਸਕੂਲ ਪਾਲਿਸੀ ਉੱਥੋਂ ਦੇ ਜਿਹੜੇ ਸਕੂਲ ਡਿਸਟ੍ਰਿਕਟ ਆ ਉਹ ਵਾਪਸ ਨਹੀਂ ਲੈਂਦੇ। ਐਰੀਜ਼ੋਨਾ ਨੂੰ $170 ਮਿਲੀਅਨ ਜਿਹੜੇ ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਇਹ ਮਿਲੇ ਸੀਗੇ ਇਹ ਪ੍ਰਮੋਟ ਕਰਨ ਦੇ ਲਈ ਵੀ ਜਿਹੜੇ ਸਕੂਲ ਦੇ ਵਿੱਚ ਜਿਹੜੇ ਆ ਕਿਤੇ ਨਾ ਕਿਤੇ ਵੀ ਇਸ ਦਾ ਵਧਾਅ ਨਾ ਹੋਵੇ, ਨਾ ਫੈਲੇ। ਪਰ ਹੁਣ ਜਿਹੜੇ ਮਾਸਕ ਮੈਂਡੇਟਸ ਦੇ ਉਲਟ ਉੱਥੋਂ ਦੇ ਜਿਹੜੇ ਸਕੂਲ ਆ ਉਹ ਜਾ ਰਹੇ ਨੇ। ਸੋ ਕਹਿੰਦੇ ਵੀ ਇਸ ਕਰਕੇ ਅਸੀਂ ਇਹ ਤੁਹਾਡੇ $170 ਮਿਲੀਅਨ ਆ ਉਹ ਵਾਪਸ ਲੈ ਸਕਦੇ ਆ। USA ਦੇ ਵਿੱਚ ਹਸਪੀਟਲਾਂ ਦੇ ਵਿੱਚ ਪੇਸ਼ੈਂਟ ਦੀ ਕਪੈਸਿਟੀ ਬਹੁਤ ਜ਼ਿਆਦਾ ਵੱਧ ਗਈ ਆ। 24 ਸਟੇਟਾਂ ਦੇ ਵਿੱਚ 80% ਜਿਹੜੇ ਹਸਪੀਟਲਸ ਆ ਉਹ ਬੈੱਡ ਪੂਰੀ ਤਰ੍ਹਾਂ ਆਕੂਪਾਈਡ ਹੈਗੇ ਆ ਓਮਿਕਰੋਨ ਵੇਰੀਐਂਟ ਦੇ ਨਾਲ ਪੇਸ਼ੈਂਟ ਲੋਕਾਂ ਦੇ। 18 ਸਟੇਟਾਂ ਦੇ ਵਿੱਚ 85% ਤੇ 24 ਸਟੇਟਾਂ ਦੇ ਵਿੱਚ 80%। ਅਲਬਾਮਾ, ਮਿਜ਼ੋਰੀ, ਨਿਊ ਮੈਕਸੀਕੋ, ਰੋਡ ਆਈਲੈਂਡ, ਟੈਕਸਸ, ਵਿਸਕੌਨਸਨ, ਇਹ ਸਭ ਤੋਂ ਜ਼ਿਆਦਾ ਸਟੇਟਸ ਆ ਜਿਹੜੀਆਂ ਸਫਰ ਇਸ ਟਾਈਮ ਕਰ ਰਹੀਆਂ। ਟੈਕਸਸ ਦੇ ਵਿੱਚ ਵੀ ਬੜੀ ਬੁਰੀ ਸਿਚੁਏਸ਼ਨ ਆ। ਕਹਿੰਦੇ ਇੱਕ ਦਿਨ ਦੇ ਵਿੱਚ 75,817 ਨਵੇਂ ਕੇਸ ਆਏ ਹੈਗੇ ਆ। 92% ਇੰਟੈਂਸਿਵ ਕੇਅਰ ਯੂਨਿਟ ਦੇ ਬੈੱਡ ਪੂਰੀ ਤਰ੍ਹਾਂ ਆਕੂਪਾਈਡ ਹੈਗੇ ਆ। ਵਿਸਕੌਨਸਨ ਦੇ ਵਿੱਚ 90.6% ICU ਬੈੱਡਸ ਪੂਰੀ ਤਰ੍ਹਾਂ ਆਕੂਪਾਈਡ ਆ। ਕਈ ਹਸਪਤਾਲਾਂ ਨੇ ਜਿਹੜੀ ਰੈਗੂਲਰ ਸਰਜਰੀਜ਼ ਹੋਣੀਆਂ ਆ ਲੋਕਾਂ ਦੀਆਂ ਜਿਹੜੀਆਂ ਕਰੋਨਾ ਦੇ ਨਾਲ ਕੋਈ ਰਿਲੇਟਡ ਨਹੀਂ, ਉਹਨਾਂ ਨੂੰ ਡਿਲੇ ਕਰ ਦਿੱਤਾ ਹੈ। ਜੀ। WHO ਨੇ 2 ਜਿਹੜੀਆਂ ਨਵੀਆਂ ਦਵਾਈਆਂ ਆ COVID-19 ਦੇ ਟ੍ਰੀਟਮੈਂਟ ਦੇ ਲਈ ਉਸ ਨੂੰ ਰਿਕਮੈਂਡ ਕੀਤਾ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਦੁਆਰਾ। US ਦੀ ਫਾਰਮਾਸਿਊਟੀਕਲ ਕੰਪਨੀ ਐਲੀ ਲਿਲੀ ਉਹਨਾਂ ਦੇ ਦੁਆਰਾ ਬਣਾਈ ਗਈ ਇੱਕ ਜਿਹੜੀ ਦਵਾਈ ਹੈਗੀ ਆ ਬਾਰਟਿਸਨਿਬ, ਉਸ ਨੂੰ ਸਟਰੋਂਗਲੀ ਰਿਕਮੈਂਡ ਕੀਤਾ ਹੈ WHO ਦੇ ਜਿਹੜੇ ਪੈਨਲ ਆ ਉਸਨੇ। ਕਹਿੰਦੇ ਵੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ COVID-19 ਕਾਫੀ ਸਵੀਅਰ ਰੂਪ ਦੇ ਵਿੱਚ ਜਿਹੜਾ ਉਹ ਹੋਇਆ ਹੈਗਾ ਆ, ਤੇ ਉਹਨਾਂ ਨੇ ਇੱਕ ਸੋਟਰੋਵੀਮੈਬ ਕਰਕੇ ਦਵਾਈ ਆ ਉਸ ਨੂੰ ਕੰਡੀਸ਼ਨਲੀ ਰਿਕਮੈਂਡ ਕੀਤਾ ਆ ਜਿਹੜੇ ਨਾਨ ਸਵੀਅਰ ਪੇਸ਼ੈਂਟਸ ਆ ਉਹਨਾਂ ਦੇ ਲਈ, ਪਰ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦਾ ਖਤਰਾ ਕਾਫੀ ਜ਼ਿਆਦਾ ਹੈਗਾ ਆ। ਸੋ ਇਹ ਕਹਿੰਦੇ ਐਂਡੋਰਸਮੈਂਟ ਉਸ ਟਾਈਮ ਦੇ ਉੱਤੇ ਆਈ ਆ ਜਦ 7 ਵੱਖ-ਵੱਖ ਟਰਾਇਲਸ ਜਿਹੜੇ ਉਹ ਕੀਤੇ ਗਏ ਇਹਨਾਂ ਦਵਾਈਆਂ ਦੇ 4000 ਪੇਸ਼ੈਂਟਸ ਦੇ ਉੱਤੇ। ਤੇ ਹੁਣ ਦੇਖੋ ਕੀ ਹੁੰਦਾ ਹੈ। ਸੋ ਆਲਰੇਡੀ 2-4 ਦਵਾਈਆਂ ਹੋਰ ਵੀ ਹਰਜੋਤ ਸਿੰਘ ਜੀ ਇਸ ਨੂੰ FDA ਨੇ ਅਪਰੂਵ ਕੀਤੀਆਂ ਹੈਗੀਆਂ ਆ ਤਾਂ ਜੋ ਜੇ ਕਿਸੇ ਨੂੰ ਕੋਵਿਡ ਹੋ ਜਾਂਦਾ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਲੈ ਕੇ ਇਸ ਨੂੰ ਘਟਾਉਣ ਬਾਰੇ ਜਿਹੜਾ ਉਹ ਸੋਚੇ। ਹੁਣ ਸੇਮ ਜਿੱਦਾਂ ਆਪਾਂ ਫਲੂ ਦੀਆਂ ਦਵਾਈਆਂ ਆਮ ਓਵਰ ਦਾ ਕਾਊਂਟਰ ਸ਼ੈਲਫਸ ਤੋਂ ਜਿਹੜੀਆਂ ਉਹ ਲੈਂਦੇ ਆ, ਜੇ ਇਹ ਚੀਜ਼ ਬਣ ਜਾਂਦੀ ਹੈ ਤਾਂ ਫਿਰ ਹੀ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਵੀ ਇਸ ਮਹਾਂਮਾਰੀ ਦੇ ਉੱਤੇ ਕਾਬੂ ਆਉਣ ਦੇ ਵਿੱਚ ਜ਼ਿਆਦਾ
ਜਿਹੜੀ ਉਹ ਕਾਮਯਾਬੀ ਹਾਸਲ ਹੋਵੇਗੀ। ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਇੱਕ ਵਾਰੀ ਫਿਰ ਕੰਟਰੋਵਰਸੀ 'ਚ ਫਸ ਗਏ ਆ। ਪਿਛਲੇ ਦਿਨਾਂ ਦੇ ਵਿੱਚ ਇਹ ਆਇਆ ਸੀ ਬਾਹਰ ਭਈ ਮਈ 2020 ਦੇ ਵਿੱਚ ਜਦੋਂ ਸਾਰੇ ਪਾਸੇ ਲੋਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਵੱਲੋਂ ਪਾਰਟੀਆਂ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਹੁਣ ਇੱਕ ਨਵੀਂ ਖਬਰ ਇਹ ਆ ਰਹੀ ਆ ਵੀ ਇੰਗਲੈਂਡ ਦੇ ਵਿੱਚ ਹੁਣ ਉਹਨਾਂ ਨੇ ਬਕਿੰਗਹਮ ਪੈਲੇਸ ਤੋਂ ਮਾਫੀ ਮੰਗੀ ਆ ਕਿਉਂਕਿ ਜਦੋਂ ਪ੍ਰਿੰਸ ਫਿਲਿਪਸ ਦਾ ਫਿਊਨਰਲ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਜਿਹੜਾ ਸਟਾਫ ਸੀ ਉਹ ਪੂਰੀ ਪਾਰਟੀ ਕਰ ਰਿਹਾ ਸੀ। ਕਹਿੰਦੇ ਉਹ ਤੜਕੇ ਤੱਕ ਪਾਰਟੀ ਚੱਲਦੀ ਰਹੀ ਜਦੋਂ ਕਿ ਨੈਸ਼ਨਲ ਮੋਰਨਿੰਗ ਪੂਰੇ ਯੂਕੇ ਦੇ ਵਿੱਚ ਚੱਲ ਰਹੀ ਸੀ। ਹਾਲਾਂਕਿ ਬੋਰਿਸ ਜੌਨਸਨ ਉਸ ਪਾਰਟੀ ਦੇ ਵਿੱਚ ਹਾਜ਼ਰ ਨਹੀਂ ਸਨ। ਜੀ, ਸੋ ਬਹੁਤ ਜ਼ਿਆਦਾ ਇਸ ਟਾਈਮ ਇਸ ਦੇ ਉੱਤੇ ਦਬਾਅ ਆ ਅਸਤੀਫਾ ਜਿਹੜਾ ਉਹ ਦੇਣ ਦੇ ਲਈ, ਵੀ ਲੋਕਾਂ ਨੂੰ ਤੁਸੀਂ ਘਰਾਂ ਦੇ ਵਿੱਚ ਤਾੜ ਰੱਖਿਆ ਤੇ ਆਪ ਤੁਸੀਂ ਚੀਜ਼ ਐਂਡ ਬੀਅਰ ਵਾਈਨ ਪਾਰਟੀਆਂ ਜਿਹੜੀਆਂ ਆ ਉਹ ਕਰਦੇ ਫਿਰਦੇ ਸੀਗੇ। ਸੋ ਲੋਕਾਂ ਦਾ ਗੁੱਸਾ ਲਗਾਤਾਰ ਇਸ ਦੇ ਉੱਤੇ ਜਿਹੜਾ ਉਹ ਉਬਲਦਾ ਜਾ ਰਿਹਾ ਹੈਗਾ ਆ। ਰੀਟੇਲ ਸੇਲਸ ਦਸੰਬਰ ਮਹੀਨੇ ਦੇ ਵਿੱਚ ਤਕਰੀਬਨ 2% ਜਿਹੜੀਆਂ ਉਹ ਘਟੀਆਂ ਆ। ਓਮੀਕਰੋਨ ਦੇ ਇਸੇ ਦੌਰਾਨ ਹੀ ਆંકੜੇ ਜਿਹੜੇ ਉਹ ਵਧਣੇ ਸ਼ੁਰੂ ਹੋਏ ਸੀ। ਕਈ ਜਿਹੜੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਕਾਰਨ ਦੇਖੀਏ, ਬਹੁਤ ਸਾਰੀ ਜਿਹੜੀ ਗਵਰਨਮੈਂਟ ਲੋਕਾਂ ਨੂੰ ਡਾਲਰ ਮਿਲ ਰਹੇ ਸੀ ਉਸ ਦੇ ਉੱਤੇ ਵੀ ਹੁਣ ਜਿਹੜੀ ਕਾਫੀ ਹੱਦ ਤੱਕ ਕਟੌਤੀ ਜਿਹੜੀ ਉਹ ਹੋ ਚੁੱਕੀ ਆ। ਜਿਹੜੀ ਅਨਇੰਪਲੋਇਮੈਂਟ ਦੇ ਐਕਸਟਰਾ ਬੈਨੀਫਿਟ ਸੀਗੇ ਉਹ ਵੀ ਜਿਹੜੇ ਉਹ ਰੁਕੇ ਹੈਗੇ ਨੇ ਤੇ ਲੋਕ ਹੁਣ ਕਹਿ ਸਕਦੇ ਆ ਵੀ ਅਕਲ ਨੂੰ ਹੀ ਹੱਥ ਮਾਰਨ ਤਾਂ ਚੰਗੀ ਗੱਲ ਆ, ਵਾਧੂ ਦਾ ਖਰਚਾ ਨਾ ਹੀ ਕਰਨ ਤਾਂ ਠੀਕ ਆ। ਪਰ ਜਿਹੜੇ ਰੀਟੇਲਰਸ ਆ ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ 2% ਜਿਹੜੀ ਰੀਟੇਲ ਸੇਲਸ ਆ ਇਸ ਦੇ ਵਿੱਚ ਕਟੌਤੀ ਜਿਹੜੀ ਉਹਨਾਂ ਨੂੰ ਦੇਖਣ ਨੂੰ ਮਿਲੀ ਹੈਗੀ ਆ। ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਉਹ ਡਿਕਲਾਈਨ ਆਨਲਾਈਨ ਰੀਟੇਲ ਦੇ ਵਿੱਚ ਦੇਖਿਆ ਗਿਆ ਨਵੰਬਰ ਦੇ ਮਹੀਨੇ ਤੋਂ ਇਹ ਤਕਰੀਬਨ 8.5% 8.7% ਜਿਹੜਾ ਉਹ ਡ੍ਰੌਪ ਹੋਇਆ। ਡਿਪਾਰਟਮੈਂਟ ਸਟੋਰਸ ਦੇ ਵਿੱਚ 7%, ਫਰਨੀਚਰ ਹੋਮ ਗੁੱਡਸ ਜਿਹੜੇ ਸਟੋਰਸ ਆ ਉਹਨਾਂ 'ਚ 5.5% ਲੋਕਾਂ ਨੇ ਘੱਟ ਖਰੀਦਦਾਰੀ ਕੀਤੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਫਲੋਰੀਡਾ ਦੇ ਗਵਰਨਰ ਡੀਸੈਂਟਿਸ ਜਿਸ ਤਰ੍ਹਾਂ ਉਹਨਾਂ ਨੇ ਕਰੋਨਾ ਵਾਇਰਸ ਨੂੰ ਹੈਂਡਲ ਕੀਤਾ, ਜੇ ਆਪਾਂ ਉਸ ਹਿਸਾਬ ਨਾਲ ਚੱਲਦੇ ਤੇ 40,000 ਹੋਰ ਕੈਲੀਫੋਰਨੀਅਨਸ ਦੀ ਮੌਤ ਹੋ ਜਾਣੀ ਸੀ। ਦੂਸਰੇ ਪਾਸੇ ਫਲੋਰੀਡਾ ਦੇ ਗਵਰਨਰ ਨੇ ਕਾਫੀ ਰੌਨ ਡੀਸੈਂਟਿਸ ਨੇ ਕਾਫੀ ਤੰਜ ਕੱਸੇ ਹੈਗੇ ਆ ਕੈਲੀਫੋਰਨੀਆ ਦੇ ਗਵਰਨਰ ਤੇ ਵੀ ਦੇਖੋ ਵੀ ਮੈਂ ਤਾਂ ਪੂਰੇ ਸਕੂਲ ਯੂਨੀਵਰਸਿਟੀਆਂ ਕਾਲਜਸ ਖੁੱਲ੍ਹੇ ਰੱਖੇ ਆ ਤੇ ਕੈਲੀਫੋਰਨੀਆ ਦੇ ਵਿੱਚ ਕਿੰਨਾ ਕੁਛ ਇਸ ਟਾਈਮ ਦੇ ਉੱਤੇ ਬੰਦ ਹੋਇਆ ਪਿਆ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਫਿਲਬਸਟਰ ਨੂੰ ਲੈ ਕੇ ਡੈਮੋਕ੍ਰੇਟਸ ਦੇ ਵਿੱਚ ਜਿਹੜੇ ਦੋ ਉਹਨਾਂ ਦੇ ਸੈਨੇਟਰ ਕ੍ਰਿਸਟਨ ਸਿਨੇਮਾ ਤੇ ਮੈਂਚਨ ਆ ਉਹ ਲੱਗਦਾ ਨਹੀਂ ਆ ਵੀ ਇਹ ਮੰਨ ਰਹੇ ਆ। ਸੋ ਡੈਮੋਕ੍ਰੇਟਾਂ ਨੂੰ ਇਸ ਮਾਮਲੇ ਦੇ ਵਿੱਚ ਇਸ ਪਾਲਿਸੀ ਦੇ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਦਾਂ ਇਹ ਖਬਰ ਆ ਰਹੀ ਆ ਵੀ ਰਾਸ਼ਟਰਪਤੀ ਬਾਈਡਨ ਨਿੱਜੀ ਤੌਰ ਦੇ ਉੱਤੇ ਪ੍ਰਾਈਵੇਟਲੀ ਜਿਹੜੇ ਜੋ ਮੈਂਚਨ ਤੇ ਸਿਨੇਮਾ ਆ ਉਹਨਾਂ ਨੂੰ ਮਿਲੇ ਆ ਵੋਟਿੰਗ ਰਾਈਟਸ ਨੂੰ ਡਿਸਕਸ ਕਰਨ ਦੇ ਲਈ। ਸੋ ਇਹ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਹੈਗਾ ਆ। ਬੀਤੇ ਦਿਨਾਂ 'ਚ ਰਾਸ਼ਟਰਪਤੀ ਬਾਈਡਨ ਨੇ ਫਿਲਬਸਟਰ ਨੂੰ ਹਟਾ ਕੇ ਵੋਟਿੰਗ ਰਾਈਟਸ ਨੂੰ ਪਾਸ ਕਰਾਉਣ ਦੇ ਲਈ ਪੂਰਾ ਸਮਰਥਨ ਆਪਣੇ ਵੱਲੋਂ ਜਿਹੜਾ ਉਹ ਦਿੱਤਾ ਹੈ। ਉਹ ਕਹਿੰਦੇ ਸੀ ਵੀ ਵਟ ਐਵਰ ਇਟ ਟੇਕਸ ਵੀ ਨੀਡ ਟੂ ਗੈਟ ਦਿਸ ਥਿੰਗ ਡਨ। ਸੋ ਉਹਨਾਂ ਨੇ ਇਹ ਉਦੋਂ ਬਿਆਨ ਦਿੱਤਾ ਸੀ, ਕਹਿੰਦੇ ਵੀ ਮਹੀਨਾ ਪਹਿਲਾਂ ਹੀ ਇਹਨਾਂ ਦੋਨਾਂ ਨੇ ਫਿਲਬਸਟਰ ਨੂੰ ਹਟਾ ਕੇ ਜਿਹੜੀ ਡੈਟ ਸੀਲਿੰਗ ਆ ਉਸ ਨੂੰ ਵਧਾਉਣ ਦੇ ਲਈ ਤਾਂ ਸਮਰਥਨ ਦੇ ਦਿੱਤਾ ਸੀਗਾ। ਪਰ ਹੁਣ ਜਦੋਂ ਵੋਟਿੰਗ ਰਾਈਟਸ ਦੀ ਗੱਲ ਆ ਰਹੀ ਹੈ ਤੇ ਮੈਂਚਨ ਤੇ ਜਿਹੜੇ ਸਿਨੇਮਾ ਆ ਇਹ ਦੋਨੋਂ ਹੀ ਸੈਨੇਟਰਸ ਫਿਲਬਸਟਰ ਨੂੰ ਹਟਾ ਕੇ ਉਸ ਨੂੰ ਪਾਸ ਕਰਾਉਣ ਦੇ ਹੱਕ ਦੇ ਵਿੱਚ ਨਹੀਂ ਆ ਰਹੇ ਹੈਗੇ। ਸੋ ਇਹ ਹੁਣ ਦੇਖੋ ਕੀ ਬਣਦਾ ਆ। ਹੁਣ ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਕ੍ਰਿਸਟਨ ਸਿਨੇਮਾ ਦੀ ਥਾਂ ਦੇ ਉੱਤੇ ਇੱਕ ਹੋਰ ਉਮੀਦਵਾਰ ਬਾਰੇ ਕਹਿੰਦੇ ਆ ਵੀ ਉਹ ਸੋਚ ਰਹੇ ਨੇ ਵੀ ਉਸ ਨੂੰ ਪ੍ਰਾਇਮਰੀ ਦੇ ਵਿੱਚ ਅਗਲੀ ਵਾਰੀ ਜਿਹੜਾ ਉਹ ਸਮਰਥਨ ਕੀਤਾ ਜਾਵੇ ਤੇ ਕ੍ਰਿਸਟਨ ਸਿਨੇਮਾ ਨੂੰ ਇੱਕ ਹਿਸਾਬ ਦੇ ਨਾਲ ਉਹ ਸਮਰਥਨ ਨਹੀਂ ਕਰਨਗੇ। ਅਗਲੀ ਖਬਰ ਇਲੀਨੋਇਸ ਸ਼ਿਕਾਗੋ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਜੱਜ ਨੇ ਇਦਾਂ ਦਾ ਡਿਸੀਜਨ ਦਿੱਤਾ ਆ ਸੈਕਸ਼ੂਅਲ ਅਸੌਲਟ ਦੇ ਮਾਮਲੇ ਦੇ ਵਿੱਚ ਤੇ ਹੁਣ ਉੱਥੇ ਪੂਰੀ ਕੰਟਰੋਵਰਸੀ ਉੱਠ ਖੜੀ ਹੈਗੀ ਆ। ਇੱਕ 18 ਸਾਲਾਂ ਦਾ ਮਿਸਟਰ ਕਲਿੰਟਨ ਨਾਮ ਦਾ ਜਿਹੜਾ ਸਟੂਡੈਂਟ ਸੀ ਉਸ ਨੇ ਆਪਣੇ ਹੀ ਸਾਥੀ ਦੀ ਇੱਕ ਗ੍ਰੈਜੂਏਸ਼ਨ ਪਾਰਟੀ ਤੇ ਸੈਕਸ਼ੂਅਲੀ ਅਸੌਲਟ ਕੀਤਾ ਸੀ, ਜਿਸ ਨੂੰ ਦੇਖ ਕੇ ਜੱਜ ਨੇ ਜਿਹੜੀ ਆ 4 ਸਾਲਾਂ ਦੀ ਸਜ਼ਾ ਦਿੱਤੀ ਸੀ ਡ੍ਰਿਊ ਕਲਿੰਟਨ ਨੂੰ। ਪਰ ਉਸ ਦੀ ਦੁਬਾਰਾ ਕੀ ਫਿਰ ਸੁਣਵਾਈ ਹੋਈ ਤੇ ਉਹ 148 ਦਿਨ ਹੀ ਹਜੇ ਉਹਨੂੰ ਜੇਲ੍ਹ ਦੇ ਵਿੱਚ ਹੋਏ ਸੀ
ਤੇ 4 ਸਾਲ ਦੀ ਸਜ਼ਾ ਦਿੱਤੀ ਸੀ ਤੇ ਹੁਣ ਜੱਜ ਨੇ ਉਹਨੂੰ ਰਿਵਰਸ ਕਰ ਦਿੱਤਾ। ਕਹਿੰਦਾ ਵੀ 148 ਦਿਨ ਕਾਫੀ ਹੈਗੇ ਆ ਇਸ ਸੈਕਸ਼ੂਅਲ ਅਸੌਲਟ ਦੇ ਕੇਸ ਦੇ ਵਿੱਚ। ਜੱਜ ਰੋਬਰਟ ਐਡਰੀਅਨ ਐਡਮ ਕਾਉਂਟੀ ਜਿਹੜੀ ਲੋਕੇਟਡ ਹੈਗੀ ਕੁਇੰਸੀ, ਇਲੀਨੋਇਸ ਦੇ ਵਿੱਚ। ਸੋ ਇਹਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਰੌਲਾ ਪਿਆ ਵੀ ਇਹ ਦੇਖੋ ਵੀ ਸੈਕਸ਼ੂਅਲ ਅਸੌਲਟ ਦੇ ਵਿੱਚ ਸਿਰਫ 148 ਦਿਨਾਂ ਦੀ ਸਜ਼ਾ ਇਹ ਬਹੁਤ ਘੱਟ ਹੈਗੀ ਹੈ। ਜੀ, ਬਿਲਕੁਲ। ਲੇਟੈਸਟ ਜਿਹੜੀ ਹਰਜੋਤ ਸਿੰਘ ਦੀ ਖਬਰ ਆ ਰਹੀ ਹੈ, ਓਹਾਇਓ ਦੇ ਸੁਪਰੀਮ ਕੋਰਟ ਨੇ ਇੱਕ ਜਿਹੜਾ ਨਵਾਂ ਕੰਗਰੈਸ਼ਨਲ ਮੈਪ ਜਿਹੜਾ ਉਹ ਡਰਾ ਕੀਤਾ ਸੀਗਾ, ਨਵੀਆਂ ਹੱਦਾਂ ਜਿਹੜੀਆਂ ਬਣਾਈਆਂ ਸੀਗੀਆਂ, ਉਸ ਨੂੰ ਰਿਜੈਕਟ ਕਰ ਦਿੱਤਾ ਆ। ਇਹ GOP ਦੇ ਦੁਆਰਾ ਬਣਾਇਆ ਗਿਆ ਸੀ। ਉਹਨਾਂ ਨੇ ਕਿਹਾ ਵੀ ਇਹ ਅਨਕੌਂਸਟੀਟਿਊਸ਼ਨਲ ਤਰੀਕੇ ਦੇ ਨਾਲ ਬਣਾਇਆ ਗਿਆ ਆ। ਸੋ ਅਨਫੇਅਰਲੀ ਪਾਰਟੀਜ਼ਨ ਕਹਿੰਦੇ ਆ ਵੀ ਇਹ ਮੈਪ ਡਰਾ ਕੀਤਾ ਗਿਆ ਆ। ਡੈਮੋਕ੍ਰੇਟਸ ਨੇ ਇਹ ਮੈਪ ਬਣਾਏ ਜਾਣ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਦਾ ਉੱਥੇ ਓਹਾਇਓ ਦੇ ਵਿੱਚ ਦਰਵਾਜ਼ਾ ਜਿਹੜਾ ਉਹ ਖੜਕਾਇਆ ਸੀ ਤੇ ਓਹਾਇਓ ਸੁਪਰੀਮ ਕੋਰਟ ਨੇ ਹੁਣ ਇਸ ਮੈਪ ਨੂੰ ਰਿਜੈਕਟ ਜਿਹੜਾ ਉਹ ਕਰ ਦਿੱਤਾ ਹੈਗਾ ਆ। ਬਾਲਟੀਮੋਰ ਦੀ ਸਟੇਟ ਅਟਾਰਨੀ ਮੈਰਲਿਨ ਮੌਸਮੀ ਨੂੰ ਇੰਡਾਈਟ ਕੀਤਾ ਗਿਆ ਹੈ ਚਾਰਜਸ ਆਫ ਪਰਜਰੀ ਤੇ ਮੇਕਿੰਗ ਫਾਲਸ ਸਟੇਟਮੈਂਟ ਔਨ ਮੌਰਗੇਜ ਐਪਲੀਕੇਸ਼ਨ। ਸਰੋਤਿਆਂ ਨੂੰ ਦੱਸਦੇ ਜਾਈਏ, ਜਦੋਂ ਤੁਸੀਂ ਘਰ ਦਾ ਲੋਨ ਲੈਂਦੇ ਆ, ਮੌਰਗੇਜ ਦੀ ਜਿਹੜੀ ਐਪਲੀਕੇਸ਼ਨ ਹੁੰਦੀ ਆ, ਕਿਉਂਕਿ ਫੈਡਰਲੀ ਜਿਹੜਾ ਫੰਡਡ ਲੋਨ ਜਾਂ ਬੈਕਡ ਅਪ ਲੋਨ ਹੁੰਦਾ ਆ, ਉਹਦੇ ਉੱਤੇ ਜੇ ਤੁਸੀਂ ਝੂਠ ਕੁਛ ਵੀ ਭਰਦੇ ਆ, ਝੂਠਾ ਜੋਬ ਦਾ ਜਾਂ ਕਿਸੇ ਤਰ੍ਹਾਂ ਦਾ ਵੀ, ਤੇ ਤੁਹਾਨੂੰ ਜਿਹੜੀ ਫੈਲਨੀ ਚਾਰਜਸ ਉਹਦੇ ਤੇ ਲੱਗ ਸਕਦੇ, ਜੇਲ੍ਹ ਹੋ ਸਕਦੀ ਆ। ਸੋ ਇਸੇ ਤਰ੍ਹਾਂ ਇਹ ਸਟੇਟ ਦੀ ਅਟਾਰਨੀ ਮੈਰਲਿਨ ਮੌਸਵੀ ਨੇ ਕਹਿੰਦੇ ਵੀ ਜਦੋਂ ਆਪਣੇ ਇੱਕ ਘਰ ਦੀ ਐਪਲੀਕੇਸ਼ਨ ਭਰੀ ਤੇ ਉਹਦੇ ਤੇ ਉਹਨਾਂ ਇਨਕਮ ਵੀ ਘੱਟ ਲਿਖੀ ਤੇ ਗਵਰਨਮੈਂਟ ਤੋਂ ਜਿਹੜੀ ਆ ਫੰਡਿੰਗ ਵੀ ਲਈ ਵੀ ਮੌਰਗੇਜ ਜਿਹੜੀ ਆ ਮੇਰੀ ਡਿਲੇ ਕੀਤੀ ਜਾਵੇ। ਪਰ ਜਦੋਂ ਕਿ ਕਹਿੰਦੇ ਉਹਦੀ ਖੁਦ ਦੀ ਤਨਖਾਹ 2,47,000 ਦੇ ਕਰੀਬ ਸੀ ਤੇ ਉਸਨੇ ਕਿਹਾ ਵੀ ਮੇਰੀ ਜਿਹੜੀ ਇਨਕਮ ਆ ਉਹ ਘੱਟ ਗਈ ਆ ਪਿਛਲੇ ਸਾਲ ਨਾਲੋਂ। ਸੋ ਹੁਣ ਉਹਨੂੰ ਲੈ ਕੇ ਇਹ ਕਾਫੀ ਉੱਥੇ ਰੌਲਾ ਪਿਆ ਆ ਵੀ ਉਹਦੇ ਤੇ ਫੈਲਨੀ ਚਾਰਜ ਲੱਗ ਸਕਦੇ ਹੈਗੇ ਆ। ਜੀ, ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈਗਾ ਆ। ਤੇ ਸਰੋਤਿਓ ਜਿਹੜਾ ਉਹ ਦੱਸ ਜਾਈਏ ਵੀ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ ਜਿਹੜਾ ਉਹ ਆਵੇਗਾ। ਫਿਰ 11 ਤੋਂ 12:30 ਵਜੇ ਤੱਕ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਤੱਕ ਨਜ਼ਰੀਆ, ਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਖਬਰਾਂ ਦਾ ਬੁਲੇਟਿਨ ਜਿਹੜਾ ਸ਼ਾਮ ਦਾ ਉਹ ਇੱਥੇ ਦੀਆਂ ਦਾ ਉਹ ਪੇਸ਼ ਕੀਤਾ ਜਾਊਗਾ। 6 ਤੋਂ 8 ਵਜੇ ਦੇ ਦਰਮਿਆਨ ਸ਼ਾਮ ਦੇ ਦੀਵਾਨ ਗੁਰਬਾਣੀ ਦੇ ਉਹ ਸਰਵਣ ਕਰਾਂਗੇ। 8:30 ਵਜੇ ਫਿਰ ਹਰਜੋਤ ਸਿੰਘ ਜੀ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਇੱਦਾਂ ਹੀ ਪੰਜਾਬੀ ਰੇਡੀਓ ਦੇ ਉੱਤੇ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਸੋ ਇੱਦਾਂ ਹੀ ਜਿਹੜੇ ਉਹ ਤੁਸੀਂ ਜੁੜੇ ਰਹਿਣਾ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।